ਜੇਕਰ ਉੱਥੇ ਜਾ ਕੇ ਮਿਹਨਤ ਦੇ ਨਾਲ ਇੱਕ ਖੇਤੀ ਨੂੰ ਕਾਮਯਾਬ ਧੰਦਾ ਬਣਾਇਆ ਜਾ ਸਕਦਾ, ਲਾਹੇਵੰਦ ਧੰਦਾ ਬਣਾਇਆ ਜਾ ਸਕਦਾ, ਤਾਂ ਫਿਰ ਪੰਜਾਬ ਜਿਸ ਦੀ ਪਹਿਚਾਣ ਹੀ ਖੇਤੀ ਤੋਂ ਆ, ਇੱਥੇ ਕਿਉਂ ਨਹੀਂ ਉਹ ਲੋਕ ਇੰਨੀ ਮਿਹਨਤ ਕਰ ਸਕਦੇ ਜੇਕਰ ਉੱਥੇ ਜਾ ਕੇ ਉਹ ਦਿਨ ਰਾਤ ਜਿਹੜੀ ਮਿਹਨਤ ਕਰਦੇ। ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਤਾਂ ਉਹੀ ਪੰਜਾਬੀ ਇੱਥੇ ਜਿਹਨੂੰ ਨਕੰਮਾ ਕਿਹਾ ਜਾਂਦਾ ਸੀ, ਉਹ ਫੋਰਨ 'ਚ ਜਾ ਕੇ ਬਹੁਤ ਸਕਸੈਸਫੁਲ ਬੰਦਾ ਬਣਦਾ। ਉਹਦਾ ਕਾਰਨ ਦੋ ਨੇ, ਇੱਕ ਤਾਂ ਇੱਥੇ ਕੰਮ ਕਰਨ ਦੀ ਸ਼ਰਮ, ਅਤੇ ਜਦੋਂ ਬਾਹਰ ਚਲਾ ਜਾਂਦਾ ਉਹਨੂੰ ਇਹ ਲੱਗਦਾ ਕਿ ਮੈਨੂੰ ਕਿਹੜਾ ਕੋਈ ਦੇਖ ਰਿਹਾ, ਹੁਣ ਮੈਂ ਕੋਈ ਵੀ ਕੰਮ ਕਰ ਲਾਂ ਮੈਨੂੰ ਕੋਈ ਨਹੀਂ ਜਾਣਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿਤੇ ਨਾ ਕਿਤੇ ਜਿਹੜੇ ਪੁਰਾਣੇ ਸਿਲੇਬਸ ਨੇ ਰਿਵਾਈਜ਼ ਕਰਨ ਦੀ ਲੋੜ ਹੈ, ਬੱਚਿਆਂ ਨੂੰ ਪ੍ਰੈਕਟੀਕਲਸ ਲੈ ਕੇ ਆਉਣ ਦੀ ਲੋੜ ਹੈ। ਔਰ ਅਗਰ ਬੱਚੇ ਕਿੱਤਾ ਮੁਖੀ ਹੁੰਦੇ ਨੇ ਤਾਂ ਡੈਫੀਨੇਟਲੀ ਉਹ ਇੱਕ ਵਧੀਆ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਨੇ। ਕਾਬਲੀਅਤ ਉਹਨਾਂ ਦੇ ਵਿੱਚ ਹੁੰਦੀ, ਪਰ ਕਿਤੇ ਨਾ ਕਿਤੇ ਅੱਗੇ ਜਾ ਕੇ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਤੋਂ ਮਾਰ ਖਾ ਜਾਂਦੇ ਨੇ, ਫਿਰ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਹੋਰ ਕੰਟਰੀਜ਼ ਦੇ ਵਿੱਚ ਜਾਣ ਨੂੰ। ਦੇਖੋ, ਮੈਂ ਇੱਕ ਗੱਲ ਪਹਿਲਾਂ ਕਲੀਅਰ ਕਰਾਂ ਕਿ ਜਦੋਂ ਸ਼ਰਮ ਸਾਡੇ ਦਿਮਾਗ 'ਚ ਆ ਗਈ ਨਾ ਕਿ ਇਹ ਮੈਂ ਕੰਮ ਕਰਾਂ ਜਾਂ ਨਾ ਕਰਾਂ, ਉੱਥੇ ਕਾਫੀ ਕੁਛ ਰਹਿ ਜਾਂਦਾ। ਇਹ ਤਾਂ ਜ਼ਰੂਰੀ ਹੋ ਜਾਂਦਾ ਕਿ ਜੇਕਰ ਸਟੂਡੈਂਟ ਇੱਥੇ ਰੁਕਣੇ ਤਾਂ ਉਹਨਾਂ ਦੀ ਉਹ ਸ਼ਰਮ ਜਿਹੜੀ ਹੈ ਮਿਟਾਉਣੀ ਪਊਗੀ, ਜ਼ਰੂਰੀ ਹੋ ਜਾਂਦਾ। ਪਰ ਮਿਟੂ ਕਿਸ ਤਰ੍ਹਾਂ, ਕਿਉਂਕਿ ਲੋਕਾਂ ਦੀ ਇੰਨੇ ਦੀ ਮੈਂਟੈਲਿਟੀ ਚੇਂਜ ਕਰਨਾ ਇੰਨਾ ਸੌਖਾ ਕੰਮ ਨਹੀਂ ਹੈਗਾ। ਕੀ ਹੈਗਾ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਜਿੱਤ ਪ੍ਰਾਪਤ ਜਿਹੜੀ ਕੀਤੀ ਜਾ ਸਕਦੀ? ਅਸੀਂ ਕਾਲਜ ਭੇਜ ਰਹੇ ਹਾਂ, ਅਸੀਂ ਸਕੂਲ ਭੇਜ ਰਹੇ ਹਾਂ, ਪੈਸੇ ਦੇ ਰਹੇ ਹਾਂ, ਕਦੇ ਖੇਤਾਂ 'ਚ ਲੈ ਕੇ ਗਏ ਹਾਂ। ਕਸੂਰਵਾਰ ਪੇਰੈਂਟਸ ਨਹੀਂ, ਮੈਂ ਹਮੇਸ਼ਾ ਪੇਰੈਂਟਸ ਨੂੰ ਕਸੂਰਵਾਰ ਨਹੀਂ ਮੰਨਦਾ, ਪਰ ਕਿਤੇ ਨਾ ਕਿਤੇ ਉਹਨਾਂ ਦਾ ਹੱਥ ਵੀ ਹੈ। ਉਹ ਤਾਂ ਵਧੀਆ ਕੱਪੜੇ ਪਾ ਕੇ ਜਾ ਰਹੇ ਕਾਲਜ ਨੂੰ, ਸਕੂਲ ਨੂੰ, ਅਤੇ ਜਿਹੜਾ ਬਾਪੂ ਹੈ ਉਹ ਵਿਚਾਰਾ ਸਾਰਾ ਮਿੱਟੀ ਨਾਲ ਲਿਬੜਿਆ ਹੋਇਆ ਖੇਤਾਂ 'ਚ ਕੰਮ ਕਰ ਰਿਹਾ। ਕਿਤੇ ਪੰਜਾਬ ਦੀ ਪਛਾਣ ਮਿਟ ਨਾ ਜਾਵੇ ਅੱਗੇ ਜਾ ਕੇ, ਜੋ ਹਾਲਾਤ ਹੁਣ ਅੱਜ ਕੱਲ੍ਹ ਚੱਲ ਰਹੇ ਨੇ, ਇਸ ਨੂੰ ਬਚਾਉਣ ਦੇ ਸਟੈਪ ਕੀ ਨੇ? ਕੀ ਸਟੈਪਸ ਜਿਹੜੇ ਨੇ ਲੈਣੇ ਚਾਹੀਦੇ ਨੇ ਕਿ ਪੰਜਾਬ ਦੀ ਜਿਹੜੀ ਪਛਾਣ ਆ ਉਹ ਬਚ ਜਾਵੇ? ਕਿਉਂਕਿ ਗੌਰਮੈਂਟ ਵੱਲੋਂ ਸਕੀਮਾਂ ਆ ਗਈਆਂ, ਕਿੰਨੀਆਂ ਲੋਕਾਂ ਤੱਕ ਪਹੁੰਚੀਆਂ, ਕਿੰਨੀਆਂ ਲੋਕਾਂ ਨੇ ਅਡਾਪਟ ਕੀਤੀਆਂ। ਕਈ ਵਾਰ ਤਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਹ ਸਕੀਮ ਸਾਡੇ ਲਈ ਆਈ ਹੈ ਅਤੇ ਇਹਦੇ ਸਾਨੂੰ ਪੈਸਾ ਬਚ ਸਕਦਾ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ ਟੀਵੀ 'ਤੇ ਤੁਹਾਡਾ ਸਵਾਗਤ। ਮੈਂ ਸੰਸਾਰਦੀਪ। ਦੋਸਤੋ, ਪੰਜਾਬ ਨੂੰ ਇੱਕ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ। ਪੰਜਾਬੀ ਜਿਹੜੇ ਨੇ ਸ਼ੁਰੂ ਤੋਂ ਪੀੜ੍ਹੀ ਦਰ ਪੀੜ੍ਹੀ ਜਿਹੜਾ ਖੇਤੀ ਨੂੰ ਆਪਣਾ ਮੁੱਖ ਧੰਦਾ ਬਣਾ ਕੇ ਆਪਣੀ ਮਿਹਨਤ ਕਰਦੇ ਨੇ। ਹਮੇਸ਼ਾ ਜਦੋਂ ਦੇਸ਼ ਨੂੰ ਅੰਨ ਦੀ ਲੋੜ ਪੈਂਦੀ ਆ ਤਾਂ ਪੰਜਾਬ ਨੇ ਮੂਹਰੇ ਹੋ ਕੇ ਜਿਹੜਾ ਦੇਸ਼ ਦੇ ਅੰਨ ਦੇ ਜਿਹੜੇ ਭੰਡਾਰ ਨੇ ਭਰੇ ਨੇ। ਚਾਹੇ ਉਹ ਹਰੀ ਕ੍ਰਾਂਤੀ ਹੋਵੇ, ਜਦੋਂ ਇੱਕ ਪਾਸੇ ਦੇਸ਼ ਜਿਹੜਾ ਲੜਾਈ ਦੇ ਨਾਲ ਜੂਝ ਰਿਹਾ ਸੀ, ਇੱਕ ਦੂਜੇ ਪਾਸੇ ਭੁੱਖਮਰੀ ਦਾ ਸ਼ਿਕਾਰ ਜਿਹੜਾ ਹੋ ਜਾਂਦਾ। ਜੇਕਰ ਪੰਜਾਬੀ ਆਪਣੀ ਸਖਤ ਮਿਹਨਤ ਕਰਕੇ ਦੇਸ਼ ਦੇ ਖਾਲੀ ਹੋ ਚੁੱਕੇ ਅੰਨ ਦੇ ਭੰਡਾਰ ਨਾ ਭਰਦੇ। ਪਰ 10-12 ਸਾਲ ਦੀ ਗੱਲ ਕਰੀਏ ਤਾਂ ਸਮੇਂ ਦਾ ਚੱਕਰ ਐਸਾ ਘੁੰਮਿਆ ਕਿ ਨੌਜਵਾਨ ਪੀੜ੍ਹੀ ਜਿਹੜੀ ਆ +2 ਕਰਨ ਤੋਂ ਬਾਅਦ ਹੋਰ ਕੰਟਰੀਜ਼ ਦੇ ਵਿੱਚ ਮੂਵ ਹੋ ਜਾਂਦੀ ਆ, ਇੱਥੇ ਛੱਡ ਕੇ ਚੱਲ ਜਾਂਦੀ ਆ। ਕਈ ਕਾਰਨ ਨੇ, ਕਈ ਕਹਿੰਦੇ ਨੇ ਕਿ ਓਪਰਚੁਨਿਟੀਜ਼ ਇੱਥੇ ਉਸ ਤਰ੍ਹਾਂ ਦੀਆਂ ਨਹੀਂ ਮਿਲਦੀਆਂ ਜੋ ਫੋਰਨ ਕੰਟਰੀ ਦੇ ਵਿੱਚ ਨੇ। ਹੌਲੀ ਹੌਲੀ ਯੰਗ ਜਨਰੇਸ਼ਨ ਜਿਹੜੀ ਆ ਉਹ ਖੇਤੀਬਾੜੀ ਤੋਂ ਦੂਰ ਹੁੰਦੀ ਜਾਂਦੀ ਆ। ਇੱਕ ਕਾਫੀ ਚਿੰਤਾ ਦਾ ਵਿਸ਼ਾ ਉਸ ਸੂਬੇ ਲਈ ਜਿਸ ਦਾ ਪਹਿਚਾਣ ਹੀ, ਜਿਸ ਦੀ ਖੇਤੀ 'ਤੇ ਆਧਾਰਿਤ ਪਹਿਚਾਣ ਜਿਹਦੀ ਮੰਨੀ ਗਈ ਆ। ਕੀ ਕਾਰਨ ਨੇ ਕਿ ਯੰਗ ਜਨਰੇਸ਼ਨ ਜਿਹੜੀ ਆ ਹੋਰ ਕੰਟਰੀਜ਼ ਦੇ ਵਿੱਚ ਜਾ ਕੇ ਮਿਹਨਤ ਕਰਨਾ ਚਾਹੁੰਦੀ ਪਰ ਪੰਜਾਬ ਦੇ ਵਿੱਚ ਜਿਹੜਾ ਕੰਮ ਕਾਰ ਨਹੀਂ ਕਰਨਾ ਚਾਹੁੰਦੀ? ਸਾਰੇ ਮੁੱਦਿਆਂ 'ਤੇ ਵਿਚਾਰ ਚਰਚਾ ਕਰਨ ਦੇ ਲਈ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਐਗਰੀਕਲਚਰ ਡਿਪਾਰਟਮੈਂਟ ਦੇ ਪ੍ਰੋਫੈਸਰ ਜੁਝਾਰ ਸਿੰਘ ਜੀ ਸਾਡੇ ਨਾਲ ਨੇ। ਸਰ, ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਰ, ਪੰਜਾਬ ਦੀ ਜਿਹੜੀ ਸਟੇਟ ਆ ਸ਼ੁਰੂ ਤੋਂ ਮੰਨੀ ਜਾਂਦੀ ਕਿ ਖੇਤੀ ਪ੍ਰਧਾਨ ਸੂਬਾ, ਵੱਡੀਆਂ ਮੱਲਾਂ ਪੰਜਾਬੀਆਂ ਨੇ ਮਾਰੀਆਂ ਨੇ ਖੇਤੀ ਦੇ ਵਿੱਚ ਜੀ, ਪਰ ਅੱਜ ਸਮਾਂ ਬਦਲ ਗਿਆ। ਕੀ ਰੀਜ਼ਨ? ਦੇਖੋ, ਅਗਰ ਅਸੀਂ ਦੇਖੀਏ ਕਿ ਐਗਰੀਕਲਚਰ ਦੇ ਵਿੱਚ ਮੱਲਾਂ ਜਿਹੜੀਆਂ ਮਾਰਨੀਆਂ ਘਟੀਆਂ ਨੇ, ਖਤਮ ਹੋਈਆਂ ਇਹ ਨਹੀਂ ਕਹਿ ਸਕਦੇ। ਕਿਉਂਕਿ ਅਗਰ ਅਸੀਂ ਦੇਖਦੇ ਹਾਂ ਤਾਂ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਵੀ ਐਗਰੀਕਲਚਰ ਦੇ ਜਿਹੜੇ ਵਧੀਆ ਕਹਿ ਲਓ ਕਿ ਪ੍ਰੋਫੈਸਰ ਨੇ, ਉਹ ਵੀ ਅੱਜ ਫੋਰਨ ਕੰਟਰੀਜ਼ ਨੂੰ ਫੀਡ ਕਰ ਰਹੇ ਨੇ ਜੀ। ਈਵਨ ਜਿਹੜੀ ਯੰਗ ਜਨਰੇਸ਼ਨ ਹੈ ਉਹ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਫੋਰਨ ਕੰਟਰੀ ਨੂੰ ਜਾ ਰਹੀ ਹੈ। ਇਹਦੇ ਪਿੱਛੇ ਕਈ ਰੀਜ਼ਨ ਨੇ, ਕਈ ਰੀਜ਼ਨ ਦੀ ਅਸੀਂ ਗੱਲ ਕਰ ਸਕਦੇ ਹਾਂ। ਇੱਕ ਚੀਜ਼ ਇਹ ਵੀ ਅਸੀਂ ਗੱਲ ਕਰੀਏ ਕਿ ਐਗਰੀਕਲਚਰ ਕਿੱਤਾ ਉੱਥੇ ਜਾ ਕੇ ਵੀ ਉਹਨਾਂ ਨੇ ਛੱਡਿਆ ਨਹੀਂ। ਅਗਰ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਕੈਨੇਡਾ ਦੇ ਵਿੱਚ ਵੀ ਕਾਫੀ ਜਿਹੜੀ ਲੈਂਡ ਹੈ ਜਿੱਥੇ ਐਗਰੀਕਲਚਰ ਹੋ ਰਹੀ ਹੈ ਉਹ ਜ਼ਿਆਦਾਤਰ ਪੰਜਾਬੀਆਂ ਕੋਲ ਹੀ ਹੈ। ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਪੰਜਾਬੀ ਨੇ ਉਹ ਖੇਤੀ ਕਰ ਰਹੇ ਨੇ ਔਰ ਕਾਫੀ ਸਕਸੈਸਫੁਲੀ ਕਰ ਰਹੇ ਨੇ। ਸੋ ਇਹਨਾਂ ਚੀਜ਼ਾਂ ਨੂੰ ਅਗਰ ਦੇਖੀਏ ਤਾਂ ਕਿੱਤਾ ਤਾਂ ਸਾਡਾ ਐਗਰੀਕਲਚਰ ਹੀ ਹੈ, ਪਰ ਪੰਜਾਬ ਦੇ ਵਿੱਚ ਇਹ ਚੀਜ਼ਾਂ ਕਿਉਂ ਘਟਦੀਆਂ ਜਾ ਰਹੀਆਂ ਨੇ? ਉਹਦੇ ਕਈ ਰੀਜ਼ਨ ਹੈ। ਜਦੋਂ ਤੁਸੀਂ ਦੇਖਦੇ ਹੋ ਕਿ ਇੱਕ ਬੱਚਾ ਜਦੋਂ 10ਵੀਂ ਪੜ੍ਹ ਜਾਂਦਾ ਹੈ
ਤਾਂ ਉਹਨੂੰ ਅਸੀਂ ਇਹ ਸੋਚਦੇ ਹਾਂ ਵੀ ਬਹੁਤ ਪੜ੍ਹ ਲਿਖ ਗਿਆ, ਅਤੇ ਉਹਦੇ ਵਿੱਚ ਵੀ ਇੱਕ ਜਿਹੜੇ ਹੈਗਾ ਹੰਕਾਰ ਆ ਜਾਂਦਾ ਕਿ ਹਾਂ ਮੈਂ ਬਹੁਤ ਪੜ੍ਹ ਲਿਖ ਗਿਆ, ਹੁਣ ਮੈਂ ਖੇਤਾਂ 'ਚ ਜਾਊਂਗਾ, ਕੰਮ ਕਰੂੰਗਾ। ਇਹ ਚੀਜ਼ਾਂ ਜਿਹੜੀਆਂ ਨੇ ਅੱਗੇ ਆਉਂਦੀਆਂ ਨੇ। ਅਤੇ ਦੂਜੇ ਪਾਸੇ ਇੱਕ ਇਹ ਵੀ ਦੇਖੀਏ ਕਿ ਇਹ ਸਾਰਿਆਂ ਨਾਲ ਇਹ ਚੀਜ਼ਾਂ ਲਾਗੂ ਨਹੀਂ ਹੁੰਦੀਆਂ। ਕੁਛ ਇੱਦਾਂ ਦੇ ਵੀ ਨੇ ਜਿਹੜੇ ਇੰਜੀਨੀਅਰਿੰਗ ਕਰਕੇ ਜਾਂ ਹੋਰ ਲਾਈਨਾਂ 'ਚ ਜਾ ਕੇ ਅੱਜ ਐਗਰੀਕਲਚਰ ਕਰ ਰਹੇ ਨੇ ਔਰ ਬੜੇ ਸਕਸੈਸਫੁਲ ਨੇ। ਔਰ ਇਹਨਾਂ ਵਿੱਚ ਅਗਰ ਅਸੀਂ ਐਗਜ਼ਾਮਪਲ ਦੇਖੀਏ ਤਾਂ ਮੈਂ ਇੱਕ ਬਹੁਤ ਵਧੀਆ ਐਗਜ਼ਾਮਪਲ ਤੁਹਾਨੂੰ ਦੇਣਾ ਚਾਹਾਂਗਾ। ਡਾਕਟਰ ਅੱਲਾ ਰੰਗ ਨੇ ਲੁਧਿਆਣਾ ਯੂਨੀਵਰਸਿਟੀ ਤੋਂ ਵੀ ਪ੍ਰੋਫੈਸਰ ਰਹੇ ਨੇ ਉਹ, ਅਤੇ ਉਹਨਾਂ ਨੇ ਆਪਣੇ ਜਿਹੜੇ ਹੈਗੇ ਨੇ ਬੱਚੇ ਉਹਨਾਂ ਨੂੰ ਫੋਰਨ ਤੋਂ ਬੁਲਾ ਲਿਆ। ਅੱਛਾ। ਕਿ ਤੁਸੀਂ ਇੱਥੇ ਮੇਰੇ ਨਾਲ ਕੰਮ ਕਰੋ, ਜਿੰਨੀ ਤਨਖਾਹ ਤੁਹਾਨੂੰ ਉੱਥੇ ਮਿਲਦੀ ਸੀ ਉਸ ਤੋਂ ਵੱਧ ਮੈਂ ਤੁਹਾਨੂੰ ਦੇਵਾਂਗਾ। ਅੱਛਾ ਜੀ। ਔਰ ਅੱਜ ਉਹਨਾਂ ਦੀ ਬਹੁਤ ਵਧੀਆ ਜੇ ਕਹਿ ਲਓ ਤਾਂ ਫਲੋਰੀਕਲਚਰ ਇੰਡਸਟਰੀ ਹੈ, ਫੁੱਲਾਂ ਦਾ ਬੀਜ ਪੈਦਾ ਕਰਦੇ ਨੇ ਔਰ ਪੂਰੇ ਵਰਲਡ ਨੂੰ ਫੀਡ ਕਰਦੇ ਨੇ, ਅਤੇ ਪੈਨ ਅਮੈਰੀਕਾ ਵਰਗੀ ਕੰਪਨੀ ਲਈ ਸੀਡ ਜਿਹੜਾ ਆ ਉਹ ਪ੍ਰੋਡਿਊਸ ਕਰਦੇ ਨੇ। ਸੋ ਜਿੱਥੇ ਕੁਛ ਅਸੀਂ ਇਹ ਦੇਖਦੇ ਹਾਂ ਕਿ ਇੱਥੋਂ ਲੋਕ ਬਾਹਰ ਜਾ ਕੇ ਕੰਮ ਕਰ ਰਹੇ ਨੇ, ਅਤੇ ਕੁਛ ਲੋਕ ਇੱਦਾਂ ਦੇ ਵੀ ਨੇ ਜਿਨ੍ਹਾਂ ਨੇ ਆਪਣੀ ਜਨਰੇਸ਼ਨ ਨੂੰ ਇੱਥੇ ਬਚਾਉਣ ਲਈ ਉਹਨਾਂ ਲਈ ਐਗਰੀਕਲਚਰ ਦਾ ਹੀ ਸਹਾਰਾ ਲਿਆ ਔਰ ਬਹੁਤ ਵਧੀਆ ਤਰੀਕੇ ਨਾਲ ਐਗਰੀਕਲਚਰ ਨੂੰ ਸਕਸੈਸਫੁਲ ਕਰਕੇ ਦਿਖਾਇਆ। ਜੀ ਸਰ, ਬਾਹਰਲੀਆਂ ਕੰਟਰੀਜ਼ ਦੀ ਗੱਲ ਤੁਸੀਂ ਨੇ ਕੀਤੀ, ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਖੇਤੀ ਦੇ ਰਾਜੇ ਕਿਹਾ ਜਾਂਦਾ, ਬਹੁਤ ਪੰਜਾਬੀ ਇੱਦਾਂ ਦੇ ਨੇ ਕਿ ਕਾਫੀ ਹਜ਼ਾਰਾਂ ਏਕੜ ਜਿਹੜੀ ਆ ਉੱਥੇ ਜਾ ਕੇ ਜ਼ਮੀਨ ਜਿਹੜੀ ਆ ਬਣਾ ਲਈ ਹੈ। ਈਵਨ ਕਿ ਅਰਜਨਟੀਨਾ ਦੀ ਕੰਟਰੀ ਦੇ ਵਿੱਚ ਵੀ ਜਿਹੜਾ ਪੀਨਟ ਕਿੰਗ ਇੱਕ ਪੰਜਾਬੀ ਨੂੰ ਖਿਤਾਬ ਦਿੱਤਾ ਗਿਆ। ਜੇਕਰ ਉੱਥੇ ਜਾ ਕੇ ਮਿਹਨਤ ਦੇ ਨਾਲ ਇੱਕ ਖੇਤੀ ਨੂੰ ਕਾਮਯਾਬ ਧੰਦਾ ਬਣਾਇਆ ਜਾ ਸਕਦਾ, ਲਾਹੇਵੰਦ ਧੰਦਾ ਬਣਾਇਆ ਜਾ ਸਕਦਾ, ਤਾਂ ਫਿਰ ਪੰਜਾਬ ਜਿਸ ਦੀ ਪਹਿਚਾਣ ਹੀ ਖੇਤੀ ਤੋਂ ਆ, ਜੀ ਇੱਥੇ ਕਿਉਂ ਨਹੀਂ ਉਹ ਲੋਕ ਇੰਨੀ ਮਿਹਨਤ ਕਰ ਸਕਦੇ ਜੇਕਰ ਉੱਥੇ ਜਾ ਕੇ ਉਹ ਦਿਨ ਰਾਤ ਜਿਹੜੀ ਮਿਹਨਤ ਕਰਦੇ? ਦੇਖੋ, ਦੋ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਕਿ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਸਾਡਾ ਕਲਚਰ ਕੀ ਹੈ, ਜੀ ਅਸੀਂ ਖੇਤੀ ਕਿਸ ਤਰ੍ਹਾਂ ਦੀ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੀਏ ਤਾਂ ਅਸੀਂ ਕਣਕ ਝੋਨੇ ਤੋਂ ਬਿਨਾਂ ਬਹੁਤ ਘੱਟ ਜਿਹੜੀਆਂ ਚੀਜ਼ਾਂ ਨੇ ਉਹ ਲਗਾਉਂਦੇ ਹਾਂ। ਅਗਰ ਸਪੋਜ਼ ਕੋਈ ਲਗਾਉਂਦਾ ਵੀ ਹੈ ਤਾਂ ਉਹਦਾ ਮਾਰਕੀਟ ਦੇ ਵਿੱਚ ਮੁੱਲ ਪ੍ਰੋਪਰ ਨਹੀਂ ਮਿਲਦਾ, ਜਾਂ ਉਹਨੂੰ ਗੌਰਮੈਂਟ ਜਿਹੜੀ ਹੈ ਉਤਸ਼ਾਹਿਤ ਨਹੀਂ ਕਰ ਰਹੀ। ਫੋਰਨ ਕੰਟਰੀਜ਼ ਦੀਆਂ ਜਦੋਂ ਤੁਸੀਂ ਪਾਲਿਸੀਜ਼ ਦੇਖਦੇ ਹੋ ਤਾਂ ਉਹ ਜਿਹੜਾ ਮਟੀਰੀਅਲ ਹੈ ਉਹ ਚੱਕਦੀਆਂ ਨੇ, ਉਹ ਮਾਰਕੀਟ 'ਚ ਜਾਂਦਾ ਹੈ, ਅਤੇ ਉਹ ਚੀਜ਼ਾਂ ਨੂੰ ਜਦੋਂ ਅਸੀਂ ਧਿਆਨ 'ਚ ਰੱਖੀਏ ਤਾਂ ਕਾਫੀ ਓਪਰਚੁਨਿਟੀਜ਼ ਫਰਕ ਹੈ। ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਤਾਂ ਉਹੀ ਪੰਜਾਬੀ ਇੱਥੇ ਜਿਹਨੂੰ ਨਿਕੰਮਾ ਕਿਹਾ ਜਾਂਦਾ ਸੀ, ਉਹ ਫੋਰਨ 'ਚ ਜਾ ਕੇ ਬਹੁਤ ਸਕਸੈਸਫੁਲ ਬੰਦਾ ਬਣਦਾ ਹੈ। ਉਹਦਾ ਕਾਰਨ ਦੋ ਨੇ, ਇੱਕ ਤਾਂ ਇੱਥੇ ਕੰਮ ਕਰਨ ਦੀ ਸ਼ਰਮ, ਅਤੇ ਜਦੋਂ ਬਾਹਰ ਚਲਾ ਜਾਂਦਾ ਉਹਨੂੰ ਇਹ ਲੱਗਦਾ ਕਿ ਮੈਨੂੰ ਕਿਹੜਾ ਕੋਈ ਦੇਖ ਰਿਹਾ, ਹੁਣ ਮੈਂ ਕੋਈ ਵੀ ਕੰਮ ਕਰ ਲਾਂ ਮੈਨੂੰ ਕੋਈ ਨਹੀਂ ਜਾਣਦਾ। ਮਤਲਬ ਕਿਤੇ ਨਾ ਕਿਤੇ ਪੰਜਾਬੀਆਂ ਦੀ ਈਗੋ ਵੀ ਜਿਹੜੀ ਆ ਇੱਥੋਂ ਮੂਵ ਹੋਣ ਲਈ ਮਜਬੂਰ ਕਰ ਰਹੀ ਹੈ। ਬਿਲਕੁਲ। ਦੂਜਾ ਕਾਰਨ ਇਹ ਵੀ ਹੈ ਕਿ ਜਦੋਂ ਤੁਸੀਂ ਦੇਖਦੇ ਹੋ ਕਿ ਇੱਕ ਪੜ੍ਹਿਆ ਲਿਖਿਆ ਇਨਸਾਨ ਜਿਹਦੇ ਕੋਲ ਬਹੁਤ ਵਧੀਆ ਕੁਆਲੀਫਿਕੇਸ਼ਨਸ ਵੀ ਨੇ, ਉਹਨੂੰ ਨੌਕਰੀ ਨਹੀਂ ਮਿਲ ਰਹੀ, ਤਾਂ ਘਰਦਿਆਂ ਦੇ ਮਨ 'ਚ ਇਹ ਵੀ ਡਰ ਹੈ ਕਿ ਜੇ ਇਹ ਵਿਹਲਾ ਬੈਠੂਗਾ ਕਿਤੇ ਨਸ਼ਿਆਂ 'ਚ ਨਾ ਲੱਗ ਜਾਏ। ਘਰਦਿਆਂ ਨੂੰ ਇਹ ਵੀ ਡਰ ਹੈ ਕਿ ਜੇ ਵਿਹਲਾ ਬੈਠਾ ਰਿਹਾ ਤਾਂ ਹੋਰ ਨਾ ਕਿਤੇ ਘਰ ਬੈਠਾ ਇਹ ਨਿਕੰਮਾ ਹੀ ਹੋ ਜਾਏ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਉਹਨਾਂ ਵੱਲੋਂ ਇਹ ਹੁੰਦਾ ਕਿ ਜੇ ਘੱਟੋ ਘੱਟ ਇਹ ਫੋਰਨ ਚਲੇ ਜਾਏਗਾ, ਕੋਈ ਕੰਮ ਲੱਭ ਕੇ ਉੱਥੇ ਕੰਮ ਕਰੇਗਾ ਅਤੇ ਇਹ ਉੱਥੇ ਸੈਟਲ ਹੋ ਜਾਏਗਾ। ਦੂਜੀ ਗੱਲ, ਇੱਕ ਵੱਧਦੀ ਪਾਪੂਲੇਸ਼ਨ ਅਤੇ ਜਿਹੜੇ ਰਿਸੋਰਸਿਸ ਨੇ ਉਹਨਾਂ ਦਾ ਘੱਟ ਹੋਣਾ ਵੀ ਹੈ। ਜੀ ਸਰ, ਰਿਸੋਰਸਿਸ ਦਾ ਘੱਟ ਹੋਣਾ ਵੀ ਹੁਣ ਐਜੂਕੇਸ਼ਨ 'ਤੇ ਆਈ ਹੈ, ਕਿਉਂਕਿ ਇੱਕ ਬੱਚੇ ਦੀ ਮੈਂਟੈਲਿਟੀ ਬਣ ਜਾਂਦੀ ਕਿ +2 ਤੋਂ ਬਾਅਦ ਜਿਹੜਾ ਆਈਲੈਟਸ ਕਰਕੇ ਬਾਹਰਲੀ ਕੰਟਰੀ ਮੂਵ ਹੋਣਾ। ਸਰਕਾਰ ਨੂੰ ਇਸ ਤਰ੍ਹਾਂ ਜਾਂ ਹੋਰ ਜੋ ਸੰਸਥਾਵਾਂ ਨੇ, ਕਾਲਜਿਸ ਨੇ, ਯੂਨੀਵਰਸਿਟੀਜ਼ ਨੇ, ਉਹਨਾਂ ਨੂੰ ਇਸ ਤਰ੍ਹਾਂ ਦੇ ਕੈਂਪ ਵਗੈਰਾ ਕਿਸ ਤਰ੍ਹਾਂ ਲਗਾਉਣੇ ਚਾਹੀਦੇ ਨੇ ਕਿ ਮੋਟੀਵੇਟ ਕੀਤਾ ਜਾਵੇ ਬੱਚੇ ਨੂੰ ਕਿ ਤੁਸੀਂ ਫੋਰਨ ਕੰਟਰੀ ਦੇ ਵਿੱਚ ਨਾ ਜਾ ਕੇ ਇੱਥੇ ਜਿਹੜਾ ਮਿਹਨਤ ਤੁਸੀਂ ਕਰੋ, ਆਪਣੇ ਜੋ ਪੰਜਾਬ ਦੀ ਪਛਾਣ ਆ ਉਸ ਨੂੰ ਬਰਕਰਾਰ ਰੱਖਿਆ ਜਾਵੇ? ਦੇਖੋ, ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਇਹ ਬਹੁਤ ਵਧੀਆ ਨੇ, ਪਰ ਕਈ ਚੀਜ਼ਾਂ ਨੇ ਜਿਹੜਿਆਂ ਨੂੰ ਸੋਚਣਾ ਪੈਂਦਾ ਹੈ। ਸਭ ਤੋਂ ਪਹਿਲਾਂ ਜੇ ਅਸੀਂ ਲੋਕਾਂ ਨੂੰ ਇਹ ਕੈਂਪ ਲਗਾ ਕੇ ਦੱਸਣ ਵੀ ਲੱਗ ਜਾਈਏ ਕਿ ਤੁਸੀਂ ਇੰਡੀਆ 'ਚ ਰਹੋ, ਇਹ ਤੁਹਾਡੀ ਆਪਣੀ ਧਰਤੀ ਹੈ, ਜਦੋਂ ਤੁਸੀਂ ਇੱਥੋਂ ਟੁੱਟੋਗੇ ਅਤੇ ਬਾਹਰ ਜਾ ਕੇ ਮਤਲਬ ਆਪਣੀ ਮਾਂ ਤੋਂ ਦੂਰ ਹੋਵੋਗੇ, ਇਹ ਗੱਲਾਂ ਇਮੋਸ਼ਨਲੀ ਬਹੁਤ ਸੋਹਣੀਆਂ ਲੱਗਦੀਆਂ ਨੇ। ਮੈਨੂੰ ਅੱਜ ਵੀ ਯਾਦ ਹੈ ਕਿ ਮੇਰੇ ਇੱਕ ਟੀਚਰ ਸੀ ਜਿਨ੍ਹਾਂ ਦਾ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੇ ਫਾਰਮ ਦੇ ਵਿੱਚ ਜੋਬ ਸੀ, ਅਤੇ ਉਹ ਜਦੋਂ ਨੌਕਰੀ ਛੱਡ ਕੇ ਗਏ ਤਾਂ ਲਾਸਟ ਡੇ ਸਾਨੂੰ ਸਾਰਿਆਂ ਨਾਲ ਉਹਨਾਂ ਨਾਲ ਮਿਲਾਇਆ ਗਿਆ, ਇੱਕ ਪਾਰਟੀ ਰੱਖੀ ਗਈ ਯੂਨੀਵਰਸਿਟੀ ਦੇ ਵਿੱਚ। ਜਦੋਂ ਮੈਂ ਉਹਨਾਂ ਨੂੰ ਮਿਲਿਆ ਤਾਂ ਮੇਰਾ ਇੱਕ ਕੁਐਸਚਨ ਸੀ ਉਹਨਾਂ ਨੂੰ ਕਿ ਇੰਡੀਆ ਨੇ ਤੁਹਾਨੂੰ ਪਾਲਿਆ, ਇੰਡੀਆ ਦੇ ਪੈਸੇ ਨਾਲ ਤੁਸੀਂ ਪੜ੍ਹੇ, ਹੁਣ ਜਦੋਂ ਇੰਡੀਆ ਨੂੰ ਕੁਛ ਦੇਣ ਦੀ ਲੋੜ ਸੀ ਤਾਂ ਤੁਸੀਂ ਫੋਰਨ ਚਲੇ ਗਏ। ਜੀ ਹੁਣ ਮੈਨੂੰ ਇਹ ਲੱਗਦਾ ਕਿ ਸ਼ਾਇਦ ਉਹਦੀ ਸੋਚ ਜਿਹੜੀ ਸੀ ਉਹ ਸਹੀ ਸੀ ਅਤੇ ਮੈਂ ਗਲਤ ਸੀ। ਉਹਦਾ ਕਾਰਨ ਕੀ ਹੈ ਕਿ ਉਹ ਜੋ ਇੰਡੀਆ 'ਚ ਰਹਿੰਦਾ ਤਾਂ ਦੋ ਚੀਜ਼ਾਂ ਕਰਕੇ ਮੈਕਸੀਮਮ ਤੁਸੀਂ ਦੇਖੋਗੇ ਇੰਡੀਅਨਸ ਜਿਹੜੇ ਮੂਵ ਕਰ ਰਹੇ ਨੇ।
ਸਭ ਤੋਂ ਵੱਡੀ 2 ਫੈਸਿਲਿਟੀਜ਼ ਅਗਰ ਅੱਜ ਇੰਡੀਆ 'ਚ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਜਾਏ ਤਾਂ ਕੋਈ ਮੂਵ ਕਰਨ ਬਾਰੇ ਸੋਚੇਗਾ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲਾਂ ਅਸੀਂ ਸੋਚਦੇ ਹਾਂ ਕਿ ਬਹੁਤ ਵਧੀਆ, ਚਲੋ ਨੌਕਰੀ ਮਿਲ ਗਈ। ਜਦੋਂ ਸਾਰੀ ਜ਼ਿੰਦਗੀ ਮਿਹਨਤ ਕਰਕੇ ਬੰਦਾ ਰਿਟਾਇਰ ਹੋ ਜਾਂਦਾ ਤਾਂ ਅੱਗੇ ਪੈਨਸ਼ਨ ਨਹੀਂ ਹੈ, ਕੋਈ ਨਹੀਂ ਪੁੱਛਦਾ। ਬੰਦੇ ਦੇ ਦਿਮਾਗ ਦੇ ਵਿੱਚ ਇਹ ਵੀ ਆਉਂਦਾ ਕਿ ਜੇ ਮੈਂ ਬਜ਼ੁਰਗ ਹੋ ਗਿਆ ਮੈਨੂੰ ਕਿਹਨੇ ਦੇਖਣਾ ਹੈ, ਠੀਕ ਹੈ। ਮਤਲਬ ਇਨਸਿਕਿਉਰਿਟੀ ਸਾਡੇ ਮਨ 'ਚ ਹਮੇਸ਼ਾ ਹੈ। ਸੈਕਿੰਡ ਹੈਗਾ ਆ ਸਾਡੀ ਹੈਲਥ ਫੈਸਿਲਿਟੀਜ਼। ਅੱਜ ਹਾਲਤ ਇਹ ਹੈ ਕਿ ਸਿਰ ਦੁਖਦਾ, ਮੈਂ ਹਸਪੀਟਲ ਤਾਂ ਐਡਮਿਟ ਹੋ ਗਿਆ, ਬਾਅਦ 'ਚੋਂ ਪਤਾ ਲੱਗਦਾ ਮੇਰੀ ਕਿਡਨੀ ਗਾਇਬ ਹੈ। ਸੋ ਇਹ ਜੇਕਰ ਇਹ ਚੀਜ਼ਾਂ ਰਹਿਣਗੀਆਂ ਤਾਂ ਇਨਸਿਕਿਉਰਿਟੀ ਸਾਰਿਆਂ ਦੇ ਮਨ ਵਿੱਚ ਰਹੇਗੀ, ਲੋਕ ਬਾਹਰ ਨੂੰ ਜਾਣਗੇ। ਜੇ ਹੈਲਥ ਸੈਕਟਰ ਸਾਡਾ ਇੰਪਰੂਵ ਹੋ ਜਾਏ, ਜੇ ਐਜੂਕੇਸ਼ਨ ਸੈਕਟਰ ਇੰਪਰੂਵ ਹੋ ਜਾਏ ਤਾਂ ਮੈਨੂੰ ਲੱਗਦਾ ਕਿ ਕਾਫੀ ਕੁਝ ਬਦਲ ਜਾਏਗਾ। ਸੈਕਿੰਡ ਚੀਜ਼, ਪੈਨਸ਼ਨਾਂ ਜੇਕਰ ਮਿਲਣੀਆਂ ਸ਼ੁਰੂ ਹੋ ਜਾਣ। ਅੱਜ ਹੋ ਕੀ ਰਿਹਾ ਕਿ ਜਿਹੜਾ ਬ੍ਰਿਲੀਅੰਟ ਮਾਈਂਡ ਹੈ ਉਹ ਸਾਰਾ ਬਾਹਰ ਜਾ ਰਿਹਾ ਹੈ, ਉਹ ਸਾਰਾ ਬਾਹਰ ਜਾ ਰਿਹਾ। ਹੋਰ ਵੀ ਕਈ ਗੱਲਾਂ ਨੇ ਜਿਨ੍ਹਾਂ ਨੂੰ ਸਮਝਣਾ ਪਏਗਾ ਕਿ ਅਗਰ ਅਸੀਂ ਦੇਖੀਏ ਐਗਰੀਕਲਚਰ ਦੇ ਵਿੱਚ ਕਾਫੀ ਲੋਕ ਵਧੀਆ ਕਰ ਵੀ ਰਹੇ ਨੇ। ਮੈਂ ਦੇਖ ਰਿਹਾ ਕਿ ਐਗਜ਼ੋਟਿਕ ਵੈਜੀਟੇਬਲਸ ਕਈ ਜਿਹੜੀ ਯੰਗ ਜਨਰੇਸ਼ਨਸ ਹੈ ਉਹ ਵੀ ਕੰਮ ਕਰ ਰਹੀਆਂ ਨੇ ਔਰ ਉਸ ਤੋਂ ਬਾਅਦ ਉਹ 'ਚੋਂ ਕਾਫੀ ਪੈਸਾ ਕਮਾ ਰਹੀਆਂ ਨੇ। ਸ਼ਾਇਦ ਤੁਹਾਨੂੰ ਨਹੀਂ ਪਤਾ ਹੋਏਗਾ, ਜਿਹੜੀ ਅੱਜ ਨਵੀਂ ਗੱਲ ਤੁਹਾਨੂੰ ਦੱਸਣ ਲੱਗਿਆ ਉਹ ਇਹ ਹੈ ਕਿ ਜਿਹੜਾ ਫਤਿਹਗੜ੍ਹ ਸਾਹਿਬ ਏਰੀਆ ਹੈ, ਅਗਰ ਤੁਸੀਂ ਇੰਡੀਅਨ ਐਕਸਪੋਰਟ ਯੂਨਿਟਸ ਦੇ ਵਿੱਚ ਚੈੱਕ ਕਰ ਲਓ ਤਾਂ ਜਿਹੜਾ ਫਤਿਹਗੜ੍ਹ ਸਾਹਿਬ ਹੈ ਉਹ ਸਬਜ਼ੀਆਂ ਨੂੰ ਐਕਸਪੋਰਟ ਕਰਨ ਲਈ ਸੈਂਟਰ ਬਣਿਆ ਹੋਇਆ ਹੈ। ਅਤੇ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਕਿ ਫਤਿਹਗੜ੍ਹ ਸਾਹਿਬ ਪੂਰੇ ਏਰੀਆ 'ਚ ਕੌਣ ਸਬਜ਼ੀਆਂ ਉਗਾ ਰਿਹਾ ਇਹੋ ਜਿਹੀਆਂ ਜਿਹੜੀਆਂ ਬਾਹਰ ਜਾ ਰਹੀਆਂ ਹੋਣ। ਇੰਡੀਅਨ ਗੌਰਮੈਂਟ ਵੱਲੋਂ ਐਲਾਨਿਆ ਗਿਆ ਵੀ ਕੀ ਇੱਥੇ ਕੰਮ ਹੋ ਰਿਹਾ। ਉਹੀ ਚੀਜ਼ਾਂ ਐਜੂਕੇਸ਼ਨ 'ਚ ਸਾਨੂੰ ਦੇਖਣੀਆਂ ਪੈਣਗੀਆਂ। ਐਜੂਕੇਸ਼ਨ ਅਸੀਂ ਦੇ ਤਾਂ ਰਹੇ ਹਾਂ, ਪੜ੍ਹਾ ਤਾਂ ਰਹੇ ਹਾਂ, ਉਹ ਸਿਰਫ ਕਿਤਾਬੀ ਕੀੜੇ ਬਣ ਰਹੇ ਨੇ। ਕੀ ਪ੍ਰੈਕਟੀਕਲ ਪ੍ਰੋਪਰ ਹੋ ਰਹੇ ਨੇ? ਕੀ ਪ੍ਰੈਕਟੀਕਲ ਉਹਨਾਂ ਨੂੰ ਕਰਵਾਏ ਜਾ ਰਹੇ ਨੇ? ਇਸ ਗੱਲੋਂ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਦੇਖੋ, ਸਪੈਸ਼ਲੀ ਜਿਸ ਕਮਰੇ 'ਚ ਤੁਸੀਂ ਬੈਠੇ ਹੋ ਅਤੇ ਜਿਹੜਾ ਤੁਹਾਡੇ ਪਿੱਛੇ ਇੰਸਟਰੂਮੈਂਟ ਹੀ ਪਿਆ, ਇਹੀ ਬਹੁਤ ਮਹਿੰਗਾ ਇੰਸਟਰੂਮੈਂਟ ਹੈ, ਘੱਟੋ ਘੱਟ 25 ਲੱਖ ਦਾ ਇੰਸਟਰੂਮੈਂਟ ਹੈ। ਸੋ ਲੈਬ ਦੇ ਵਿੱਚ ਇਹੋ ਜਿਹੇ ਇੰਸਟਰੂਮੈਂਟ ਲੈ ਕੇ ਆਉਣਾ, ਬੱਚਿਆਂ ਨੂੰ ਸਿਖਾਉਣਾ ਔਰ ਬੱਚਿਆਂ ਨੂੰ ਉਸ ਸੋ ਉਹਦੇ ਨਾਲ ਕੀ ਹੈ ਕਿ ਬੱਚੇ ਜਦੋਂ ਲੇਟੈਸਟ ਟੈਕਨੋਲੋਜੀ ਸਿੱਖਣਗੇ ਉਹ ਆਪਣੇ ਆਪ ਨੂੰ ਉਸ ਹਿਸਾਬ ਨਾਲ ਸੈਟਅਪ ਕਰ ਸਕਣਗੇ। ਮਾਤਾ ਗੁਜਰੀ ਕਾਲਜ ਆਟੋਨੋਮਸ ਕਾਲਜ ਹੋਣ ਕਰਕੇ ਕਾਫੀ ਕੁਛ ਇਹਦੇ ਵਿੱਚ ਅਸੀਂ ਚੇਂਜਿਸ ਐਜੂਕੇਸ਼ਨ 'ਚ ਕਰਦੇ ਹਾਂ, ਨਵੀਂ ਐਜੂਕੇਸ਼ਨ ਨੂੰ ਲੈ ਕੇ ਆ ਰਹੇ ਹਾਂ, ਠੀਕ ਹੈ। ਹੁਣ ਕਈ ਜਗ੍ਹਾ ਤਾਂ ਇਹ ਕੁਛ ਚੱਲ ਰਿਹਾ ਕਿ ਸੰਨ 70 ਦੀਆਂ ਕਿਤਾਬਾਂ, ਸੰਨ 70 ਦਾ ਸਿਲੇਬਸ ਹਜੇ ਤੱਕ ਉਹ ਚੱਲੀ ਜਾ ਰਿਹਾ ਅਤੇ ਉਸ ਤੋਂ ਬਾਅਦ ਕਿੰਨਾ ਕੁਛ ਚੇਂਜ ਹੋ ਗਿਆ। ਮਤਲਬ ਕਿ ਸੰਨ 70 ਦੀਆਂ ਤੁਸੀਂ ਗੱਲ ਕਰ ਰਹੇ ਹੋ ਕਿ ਕਾਫੀ ਪੁਰਾਣਾ ਸਿਲੇਬਸ ਹੈ ਨਾ। ਕਿਤੇ ਨਾ ਕਿਤੇ ਫਿਰ ਬੱਚੇ ਜੇਕਰ ਮੂਵ ਹੋ ਰਹੇ ਨੇ, ਆਪਣਾ ਐਜੂਕੇਸ਼ਨ ਸਿਸਟਮ ਸਰਕਾਰਾਂ ਤੋਂ ਪਹਿਲਾਂ ਫੇਲ ਇਸ ਦੇ ਮੁੱਦੇ 'ਤੇ। ਨਹੀਂ, ਦੇਖੋ ਮੈਂ ਇੱਕ ਚੀਜ਼ ਕਲੀਅਰ ਕਰਾਂ ਕਿ ਜਿਹੜੇ ਤਾਂ ਆਟੋਨੋਮਸ ਕਾਲਜ ਨੇ ਉਹਨਾਂ ਕੋਲ ਥੋੜ੍ਹਾ ਇਹ ਹੁੰਦਾ ਹੈ ਕਿ ਉਹ ਆਪਣਾ ਸਿਲੇਬਸ ਆਪਣੇ ਹਿਸਾਬ ਨਾਲ ਮੋਡੀਫਾਈ ਕਰ ਸਕਦੇ ਨੇ, ਐਡਵਾਂਸ ਸਿਲੇਬਸ ਲਾ ਸਕਦੇ ਨੇ। ਅਗਰ ਤੁਸੀਂ ਦੇਖੋ ਤਾਂ ਅੱਜ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਅਗਰ ਤੁਸੀਂ ਗੱਲ ਕਰੋ ਤਾਂ ਸਭ ਤੋਂ ਪਹਿਲਾਂ ICAR ਦੇ ਸਿਲੇਬਸ ਨੂੰ ਅਗਰ ਪੜ੍ਹਾਉਣਾ ਸ਼ੁਰੂ ਕੀਤਾ ਗਿਆ ਤਾਂ ਮਾਤਾ ਗੁਜਰੀ ਕਾਲਜ 'ਚ ਸ਼ੁਰੂ ਕੀਤਾ ਗਿਆ। ਨੋ ਡਾਊਟ ਯੂਨੀਵਰਸਿਟੀਜ਼ 'ਚੋਂ ਪਹਿਲਾਂ ਚੱਲ ਰਿਹਾ ਸੀ, ਬਟ ਪ੍ਰਾਈਵੇਟ ਕਾਲਜਿਸ ਦੀ ਜੇ ਅਸੀਂ ਗੱਲ ਕਰੀਏ। ਹੁਣ ਇਹੀ ਚੀਜ਼ਾਂ ਮੈਂ ਗੱਲ ਕਰਦਾ ਕਿ ਜਦੋਂ ਕਿਸੇ ਪਰਟੀਕੂਲਰ ਯੂਨੀਵਰਸਿਟੀ ਨਾਲ ਤੁਸੀਂ ਅਟੈਚ ਹੁੰਦੇ ਹੋ ਤਾਂ ਤੁਸੀਂ ਉਹਦਾ ਸਿਲੇਬਸ ਪੜ੍ਹਾਉਂਦੇ ਹੋ। ਔਰ ਕਈ ਯੂਨੀਵਰਸਿਟੀਜ਼ ਦਾ ਅਗਰ ਤੁਸੀਂ ਪੁਰਾਣਾ ਸਿਲੇਬਸ ਚੱਕ ਕੇ ਦੇਖ ਲਓ, ਆਲਮੋਸਟ 6-7 ਸਾਲ ਪੁਰਾਣਾ, ਤਾਂ ਤੁਸੀਂ ਉਹਨੂੰ ਮਿਲਾ ਕੇ ਦੇਖੋ ਤਾਂ 70 ਦੇ ਅਤੇ ਹੁਣ ਦੇ ਸਿਲੇਬਸ 'ਚ ਕੋਈ ਫਰਕ ਨਹੀਂ ਸੀ। ਔਰ ਇੱਕ ਚੀਜ਼ ਦੇਖੋ ਕਿ ਸਾਡੀ ਜਨਰੇਸ਼ਨ ਕਿੰਨੀ ਚੇਂਜ ਹੋ ਚੁੱਕੀ ਹੈ, ਕਿੰਨੇ ਸਾਲ ਬੀਤ ਚੁੱਕੇ ਨੇ। ਅਤੇ ਇੱਕ ਹਿਸਟਰੀ ਦੀ ਇੱਕ ਐਗਜ਼ਾਮਪਲ ਲੈ ਲਾਂ ਤਾਂ ਅਸੀਂ ਸੰਨ 1949, ਠੀਕ ਹੈ, 47 ਤੋਂ ਬਾਅਦ 49, 51 ਇੱਥੇ ਤੱਕ ਹਿਸਟਰੀ ਪੜ੍ਹਦੇ ਹਾਂ। ਇਹ ਤੋਂ ਅੱਗੇ ਜੇ ਹਿਸਟਰੀ ਕਿਤਾਬਾਂ 'ਚ ਆ ਗਈ ਹੋਵੇ ਤਾਂ ਤੁਸੀਂ ਮੈਨੂੰ ਦੱਸ ਦਿਓ। ਸੋ ਕਹਿਣ ਦਾ ਮਤਲਬ ਇਹ ਹੈ ਕਿਤੇ ਨਾ ਕਿਤੇ ਜਿਹੜੇ ਪੁਰਾਣੇ ਸਿਲੇਬਸ ਨੇ ਰਿਵਾਈਜ਼ ਕਰਨ ਦੀ ਲੋੜ ਹੈ, ਬੱਚਿਆਂ ਨੂੰ ਪ੍ਰੈਕਟੀਕਲ 'ਚ ਲੈ ਕੇ ਆਉਣ ਦੀ ਲੋੜ ਹੈ। ਔਰ ਅਗਰ ਬੱਚੇ ਕਿੱਤਾ ਮੁਖੀ ਹੁੰਦੇ ਨੇ ਤਾਂ ਡੈਫੀਨੇਟਲੀ ਉਹ ਇੱਕ ਵਧੀਆ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਨੇ। ਐਗਜ਼ਾਮਪਲ ਦਿੰਦਾ ਕਿ ਕੋਰਸਿਸ ਬਹੁਤ ਵਧੀਆ ਸ਼ੁਰੂ ਹੋਏ, ਜਿਵੇਂ BVOC ਦੇ ਕੋਰਸਿਸ ਨੇ, ਵੋਕੇਸ਼ਨਲ ਕੋਰਸਿਸ ਨੇ। ਵੋਕੇਸ਼ਨਲ ਕੋਰਸਿਸ 'ਚ ਕੀ ਹੈ ਕਿ ਉਹ ਕਿੱਤਾ ਮੁਖੀ ਕੋਰਸਿਸ ਨੇ। ਤੁਸੀਂ ਸਪੋਜ਼ 6 ਮਹੀਨੇ ਪੜ੍ਹਦੇ ਹੋ, ਤੁਹਾਨੂੰ ਸਰਟੀਫਿਕੇਟ ਕੋਰਸ ਮਿਲ ਜਾਂਦਾ ਹੈ। ਤੁਸੀਂ 1 ਸਾਲ ਪੜ੍ਹਦੇ ਹੋ, ਡਿਪਲੋਮਾ ਮਿਲ ਜਾਂਦਾ ਹੈ। 2 ਸਾਲ ਪੜ੍ਹਦੇ ਹੋ, ਐਡਵਾਂਸ ਡਿਪਲੋਮਾ ਮਿਲ ਜਾਂਦਾ ਹੈ। 3 ਸਾਲ ਪੜ੍ਹਦੇ ਹੋ, ਪੂਰੀ ਡਿਗਰੀ ਮਿਲ ਜਾਂਦੀ ਹੈ। ਸੋ ਜਿੱਥੇ ਤੁਹਾਨੂੰ ਨੌਕਰੀ ਮਿਲ ਜਾਂਦੀ ਹੈ ਉੱਥੇ ਤੁਸੀਂ ਉਸਨੂੰ ਛੱਡ ਕੇ ਸਾਈਡ ਹੋ ਸਕਦੇ ਹੋ। ਹੁਣ ਪੁਰਾਣੇ ਕੋਰਸਿਸ 'ਚ ਕੀ ਸੀਗਾ ਕਿ ਤੁਸੀਂ 1 ਸਾਲ ਲਾਇਆ, ਜੇ ਛੱਡ ਦਿੱਤਾ ਤਾਂ ਡਿਗਰੀ ਖਤਮ। 2 ਸਾਲ ਲਾਏ, ਛੱਡ ਦਿੱਤਾ ਤਾਂ ਡਿਗਰੀ ਖਤਮ, ਜਿੰਨੀ ਚਿਰ ਤੱਕ 3 ਸਾਲ ਕਲੀਅਰ ਨਹੀਂ ਹੁੰਦੇ।
ਹੁਣ ਇਹਦੇ ਵਿੱਚ ਫਾਇਦਾ ਕੀ ਸੀ ਕਿ ਇਸ ਤੋਂ ਬਿਨਾਂ ਸਕਿੱਲ ਕੌਂਸਲ ਦੇ ਐਗਜ਼ਾਮ ਹੁੰਦੇ ਨੇ। ਸੋ ਸਕਿੱਲ ਕੌਂਸਲ ਜਦੋਂ ਐਗਜ਼ਾਮ ਲਏਗੀ ਉਹਦੇ ਵਿੱਚੋਂ ਜਿਹੜਾ ਬੱਚਾ ਪਾਸ ਹੋ ਜਾਏਗਾ ਉੱਤੇ ਸਰਟੀਫਿਕੇਟ 'ਤੇ ਲਿਖਿਆ ਹੋਏਗਾ ਕਿ ਇਸ ਪੋਸਟ ਦੇ ਲਈ ਇਹ ਜਿਹੜਾ ਹੈ ਇਹਨੂੰ ਟੈਸਟ ਕਰ ਲਿਆ ਗਿਆ ਅਤੇ ਇਸ ਪੋਸਟ ਦੇ ਲਈ ਇਹ ਐਪਲੀਕੇਬਲ ਹੈ। ਸੋ ਇੱਦਾਂ ਦੇ ਜਦੋਂ ਕੋਰਸਿਸ ਸਾਡੇ 'ਚ ਆਉਣਗੇ ਡੈਫੀਨੇਟਲੀ ਐਜੂਕੇਸ਼ਨ 'ਚ ਚੇਂਜਿਸ ਆਉਣਗੀਆਂ। ਐਜੂਕੇਸ਼ਨ ਦੇ ਵਿੱਚ ਗੱਲ ਕਰੀਏ ਚੇਂਜਿਸ ਆ ਜਾਣਗੇ, ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ। ਪਰ ਉਸ ਤੋਂ ਬਾਅਦ ਬੱਚਿਆਂ ਦੀ ਇਹ ਸ਼ਿਕਾਇਤ, ਸਟੂਡੈਂਟਸ ਦੀ ਇਹ ਸ਼ਿਕਾਇਤ ਕਿ ਉਸ ਤੋਂ ਬਾਅਦ ਕੀ ਅੱਗੇ ਰੁਜ਼ਗਾਰ ਕਿਸ ਤਰ੍ਹਾਂ ਮਿਲੂਗਾ, ਕਿ ਜਿਸ ਕਰਕੇ ਅਸੀਂ ਇੱਥੇ ਰਹੀਏ, ਅਸੀਂ ਇੱਥੇ ਰਹਿਣ ਲਈ ਮੋਟੀਵੇਟ ਹੋਈਏ, ਕਿ ਉਸ ਤੋਂ ਬਾਅਦ ਜੇਕਰ ਆਪਣਾ ਕੰਮਕਾਰ ਸ਼ੁਰੂ ਕਰਨ ਦੇ ਲਈ ਲੋਨ ਵਗੈਰਾ ਲੈਣੇ ਨੇ, ਉਹਦੀਆਂ ਸ਼ਰਤਾਂ ਨਹੀਂ, ਉਹਦੀਆਂ ਕੰਡੀਸ਼ਨਸ ਨਹੀਂ ਪੂਰੀਆਂ ਕਰ ਪਾਉਂਦੇ, ਕਈ ਇੱਦਾਂ ਦੇ ਨੇ, ਹੈ ਨਾ। ਕਾਬਲੀਅਤ ਉਹਨਾਂ ਦੇ ਵਿੱਚ ਹੁੰਦੀ, ਪਰ ਕਿਤੇ ਨਾ ਕਿਤੇ ਅੱਗੇ ਜਾ ਕੇ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਤੋਂ ਮਾਰ ਖਾ ਜਾਂਦੇ ਨੇ, ਫਿਰ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਹੋਰ ਕੰਟਰੀਜ਼ ਦੇ ਵਿੱਚ ਜਾਣ ਲਈ। ਦੇਖੋ, ਮੈਂ ਇੱਕ ਗੱਲ ਪਹਿਲਾਂ ਕਲੀਅਰ ਕਰਾਂ ਕਿ ਜਦੋਂ ਸ਼ਰਮ ਸਾਡੇ ਦਿਮਾਗ 'ਚ ਆ ਗਈ ਨਾ ਕਿ ਇਹ ਮੈਂ ਕੰਮ ਕਰਾਂ ਜਾਂ ਨਾ ਕਰਾਂ, ਉੱਥੇ ਕਾਫੀ ਕੁਛ ਰਹਿ ਜਾਂਦਾ। ਹੁਣ ਐਗਜ਼ਾਮਪਲਸ ਮੈਂ ਤੁਹਾਨੂੰ ਦੇ ਕੇ ਚੱਲਦਾ। ਜਿਵੇਂ ਮੇਰੇ ਕੋਲ ਇੱਕ ਕੋਰਸ ਚੱਲ ਰਿਹਾ BVOC ਨਰਸਰੀ ਮੈਨੇਜਮੈਂਟ, ਅਤੇ ਨਰਸਰੀ ਜਿਹੜੇ ਚਲਾ ਰਹੇ ਨੇ ਉਹਨਾਂ ਨੂੰ ਇੱਕ ਵਾਰ ਤੁਸੀਂ ਦੇਖਿਓ ਕਿ ਕਿੰਨਾ ਪੈਸਾ ਉਹ ਕਮਾ ਰਹੇ ਨੇ, ਅਤੇ ਇੱਕ ਵਾਰ ਚੈੱਕ ਕਰ ਲਿਓ ਕਿ ਉਹ ਮੈਕਸੀਮਮ ਬੰਦੇ ਕਿੱਥੇ ਦੇ ਨੇ, ਕਿ ਪੰਜਾਬੀਆਂ ਦੀਆਂ ਨਰਸਰੀਆਂ ਕਿੰਨੀਆਂ ਕੁ ਨੇ। ਔਰ ਚੈੱਕ ਇਹ ਵੀ ਕਰਨ ਵਾਲਾ ਬਣਦਾ ਹੈ ਕਿ ਜਿਹੜਾ ਉਹ ਪਲਾਂਟ ਮਟੀਰੀਅਲ ਆ ਰਿਹਾ ਉਹ ਆ ਕਿੱਥੋਂ ਰਿਹਾ। ਕਲਕੱਤਾ, ਸਹਾਰਨਪੁਰ, ਬੈਂਗਲੌਰ ਤੋਂ ਪਲਾਂਟ ਆ ਕੇ ਇੱਥੇ ਵਿਕ ਰਹੇ ਨੇ, ਉਹ ਵੀ ਬਾਹਰਲੇ ਲੋਕ ਲਿਆ ਕੇ ਵੇਚ ਰਹੇ ਨੇ। ਆਪਣਾ ਪੰਜਾਬੀ ਮਤਲਬ ਇਸ ਪਾਸੇ ਨੂੰ ਨਹੀਂ ਜਿਹੜਾ ਨਹੀਂ ਜਾ। ਔਰ ਨਰਸਰੀ ਦੇ ਵਿੱਚ ਤੁਸੀਂ ਦੇਖਦੇ ਹੋ ਪਨੀਰੀਆਂ ਹੀ ਤਿਆਰ ਕਰ ਕਿੰਨੀਆਂ ਮਹਿੰਗੀਆਂ ਵਿਕ ਰਹੀਆਂ ਨੇ। ਆਲਮੋਸਟ 50 ਪੈਸੇ ਦਾ ਬੀਜ, ਠੀਕ ਹੈ, 2 ਜਾਂ 3 ਰੁਪਏ ਦੀ ਬੂਟਾ, ਜਿਹੜਾ ਅਸੀਂ ਸਬਜ਼ੀਆਂ ਦਾ ਤਿਆਰ ਕਰਦੇ ਹਾਂ, ਕਿੰਨਾ ਮਾਰਜਨ ਹੈ। ਸੋ ਚੈੱਕ ਕਰਨ ਦੀ ਲੋੜ ਹੈ, ਕਿੱਥੇ ਕਿੱਥੇ ਸਾਨੂੰ ਕਿੱਤਾ ਮੁਖੀ ਹੋਣ ਦੀ ਲੋੜ ਹੈ। ਦੂਜੀ ਚੀਜ਼, ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਪਕੌੜੇ ਤਲ ਲਓ, ਉਹ ਵੀ ਰੋਜ਼ਗਾਰ ਹੈ ਨਾ। ਸੋ ਮੈਂ ਇਹਦੇ ਇੱਥੇ ਹੀ ਇੱਕ ਐਗਜ਼ਾਮਪਲ ਦਿੰਦਾ ਕਿ ਤੁਸੀਂ ਥੋੜ੍ਹੇ ਦਿਨ ਪਹਿਲਾਂ ਇੱਕ ਵੀਡੀਓ ਬਹੁਤ ਵਾਇਰਲ ਹੋਈ, ਤੁਸੀਂ ਦੇਖਿਆ ਕਿ ਚੰਡੀਗੜ੍ਹ ਦੇ ਵਿੱਚ 2 ਯੰਗ ਮੁੰਡਾ ਕੁੜੀ ਨੇ ਜਿਨ੍ਹਾਂ ਦਾ ਵਿਆਹ ਹੋਇਆ, ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਚਾਂਪਾਂ ਦਾ ਜਾਂ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਔਰ ਬਹੁਤ ਵਧੀਆ ਚੱਲ ਰਿਹਾ, ਠੀਕ ਹੈ। ਇਸੇ ਤਰ੍ਹਾਂ ਇੱਕ ਐਗਜ਼ਾਮਪਲ ਮੈਂ ਟਾਂਡੇ ਦੀ ਦਿੰਦਾ। ਇੱਕ ਗੁਰਸਿੱਖ ਬੰਦਾ ਹੈ, ਉਹਨੇ ਜਸਟ ਕੁਲਚਿਆਂ ਦਾ ਕੰਮ ਸ਼ੁਰੂ ਕੀਤਾ, ਉਹ ਤਾਂ ਬੜਾ ਵਧੀਆ ਚੱਲ ਰਿਹਾ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਉਹ ਰੁਜ਼ਗਾਰ ਲੱਭਣੇ ਪੈਣਗੇ ਜਿਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਉਹ ਨੇੜੇ ਤੇੜੇ ਨਹੀਂ ਹੈ, ਅਤੇ ਉਹਦੇ ਵਿੱਚ ਅਸੀਂ ਪੈਸਾ ਕੱਢ ਸਕਦੇ ਹਾਂ। ਮਤਲਬ ਦਿਮਾਗ ਨੂੰ ਲਾਉਣ ਦੀ ਲੋੜ ਹੈ। ਸਰ, ਸ਼ਰਮ ਦੀ ਗੱਲ ਕਰੀ ਕਿ ਮੇਨ ਗੱਲ ਆ ਸ਼ਰਮ ਦੀ, ਕਿ ਮੈਂ ਇਹ ਕੰਮ ਕਿਸ ਤਰ੍ਹਾਂ ਕਰਾਂ। ਇਹ ਤਾਂ ਜ਼ਰੂਰੀ ਹੋ ਜਾਂਦਾ ਕਿ ਜੇਕਰ ਸਟੂਡੈਂਟ ਇੱਥੇ ਰੁਕਣੇ ਤਾਂ ਉਹਨਾਂ ਦੀ ਉਹ ਸ਼ਰਮ ਜਿਹੜੀ ਹੈ ਮਿਟਾਉਣੀ ਪਊਗੀ, ਜ਼ਰੂਰੀ ਹੋ ਜਾਂਦਾ। ਪਰ ਮਿਟੂ ਕਿਸ ਤਰ੍ਹਾਂ, ਕਿਉਂਕਿ ਲੋਕਾਂ ਦੀ ਇੰਨੇ ਦੀ ਮੈਂਟੈਲਿਟੀ ਚੇਂਜ ਕਰਨਾ ਇੰਨਾ ਸੌਖਾ ਕੰਮ ਨਹੀਂ ਹੈਗਾ। ਕੀ ਹੈਗਾ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਜਿੱਤ ਪ੍ਰਾਪਤ ਜਿਹੜੀ ਕੀਤੀ ਜਾ ਸਕਦੀ? ਦੇਖੋ, ਮੈਨੂੰ ਯਾਦ ਹੈ ਲਾਸਟ ਇੰਟਰਵਿਊ ਦੇ ਵਿੱਚ ਵੀ ਇੱਕ ਬੜੀ ਵਧੀਆ ਤੁਹਾਨੂੰ ਮੈਂ ਗੱਲ ਦੱਸੀ ਸੀ ਕਿ ਪੇਰੈਂਟਸ ਇਹ ਚਾਹੁੰਦੇ ਨੇ ਕਿ ਬੱਚਾ ਪੜ੍ਹੇ, ਹੋਰ ਕੋਈ ਕੰਮ ਨਾ ਕਰੇ। ਅਸੀਂ ਕਾਲਜ ਭੇਜ ਰਹੇ ਹਾਂ, ਅਸੀਂ ਸਕੂਲ ਭੇਜ ਰਹੇ ਹਾਂ, ਪੈਸੇ ਦੇ ਰਹੇ ਹਾਂ, ਕਦੇ ਖੇਤਾਂ 'ਚ ਲੈ ਕੇ ਗਏ ਹਾਂ? ਕਸੂਰਵਾਰ ਪੇਰੈਂਟਸ ਨਹੀਂ, ਮੈਂ ਹਮੇਸ਼ਾ ਪੇਰੈਂਟਸ ਨੂੰ ਕਸੂਰਵਾਰ ਨਹੀਂ ਮੰਨਦਾ, ਪਰ ਕਿਤੇ ਨਾ ਕਿਤੇ ਉਹਨਾਂ ਦਾ ਹੱਥ ਵੀ ਹੈ। ਉਹ ਤਾਂ ਵਧੀਆ ਕੱਪੜੇ ਪਾ ਕੇ ਜਾ ਰਹੇ ਕਾਲਜ ਨੂੰ, ਸਕੂਲ ਨੂੰ, ਅਤੇ ਜਿਹੜਾ ਬਾਪੂ ਹੈ ਉਹ ਵਿਚਾਰਾ ਸਾਰਾ ਮਿੱਟੀ ਨਾਲ ਲਿਬੜਿਆ ਹੋਇਆ ਖੇਤਾਂ 'ਚ ਕੰਮ ਕਰ ਰਿਹਾ। ਜਿਹੜਾ ਖੇਤੀ ਪਹਿਲਾਂ ਸਾਰੀ ਫੈਮਿਲੀ ਦਾ ਰੁਜ਼ਗਾਰ ਸੀ, ਮਤਲਬ ਜੇ ਮੈਂ ਆਲੂ ਲਾਏ ਤਾਂ ਪੂਰਾ ਪਰਿਵਾਰ ਨੂੰ ਗੁੱਡਣ ਜਾਂਦਾ ਸੀ, ਜੇ ਮੈਂ ਝੋਨਾ ਲਾਇਆ ਤਾਂ ਉਸ ਝੋਨੇ ਨੂੰ ਲਾਉਣ ਲਈ ਪੂਰਾ ਟੱਬਰ ਜਾਂਦਾ ਸੀ। ਅੱਜ ਉਹ ਸਾਰਾ ਪ੍ਰਵਾਸੀ ਮਜ਼ਦੂਰਾਂ 'ਤੇ ਰਹਿ ਗਿਆ। ਹੁਣ ਹੋਇਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਮੈਂ ਪੈਸੇ ਦਿੱਤੇ, ਫਿਰ ਉਹ ਝੋਨਾ ਲੱਗਿਆ। ਹੁਣ ਉਹ ਵਧੀਆ ਹੋਣਾ ਨਹੀਂ ਹੋਣਾ ਮੌਸਮ 'ਤੇ ਵੀ ਡਿਪੈਂਡ ਕਰੇਗਾ, ਹੋਰ ਕਈ ਫੈਕਟਰਾਂ 'ਤੇ ਡਿਪੈਂਡ ਕਰੇਗਾ, ਪਰ ਐਡਵਾਂਸ ਪੈਸੇ ਤਾਂ ਲਗਾਈ ਦੇ ਤੁਸੀਂ ਦੇਤੇ, ਉਹ ਤਾਂ ਜੇਬ 'ਚੋਂ ਚਲੇ ਗਏ। ਸੋ ਕਿੱਥੇ ਉਹ ਸਾਰਾ ਕੰਮ ਪਰਿਵਾਰ ਨੇ ਮਿਲ ਕੇ ਕਰਨਾ ਸੀ ਅਤੇ ਉਹ ਪੈਸਾ ਬਚਣਾ ਸੀ, ਕਿੱਥੇ ਉਹ ਸਾਰਾ ਪੈਸਾ ਹੁਣ ਦੇਣਾ ਪੈ ਰਿਹਾ ਜੀ। ਅਤੇ ਅਗਰ ਅਸੀਂ ਦੇਖੀਏ ਤਾਂ ਕਈ ਜਗ੍ਹਾ ਤਾਂ ਹਾਲਾਤ ਇਹ ਵੀ ਨੇ ਕਿ ਯੰਗ ਜਨਰੇਸ਼ਨ ਨੂੰ ਇਹੀ ਨਹੀਂ ਪਤਾ ਕਿ ਮੇਰੇ ਖੇਤ ਹੈ ਕਿਹੜੇ ਨੇ। ਸੋ ਇਹਨਾਂ 'ਚ ਕਿਤੇ ਨਾ ਕਿਤੇ ਕਸੂਰ ਸਾਡੇ ਘਰਦਿਆਂ ਦਾ ਵੀ ਹੈ ਅਤੇ ਸਾਡੇ ਸਮਾਜ ਦਾ ਵੀ ਹੈ, ਜਿਹਨੇ ਇਹ ਸੋਚ ਲਿਆ ਕਿ ਜਿਹਨੇ ਐਨ ਚਿੱਟੀ ਕਮੀਜ਼ ਪਾਈ ਹੋਈ ਹੈ ਉਹ ਬਹੁਤ ਵਧੀਆ ਬੰਦਾ ਹੈ, ਅਤੇ ਜਿਹੜਾ ਕੰਮ ਕਰਕੇ ਮੈਲੇ ਕੱਪੜੇ ਪਾ ਕੇ ਬੈਠਾ ਹੈ ਉਹ ਸ਼ਾਇਦ ਚੰਗਾ ਬੰਦਾ ਨਹੀਂ ਹੈ। ਸਰ, ਇੱਕ ਆਖਰੀ ਸਵਾਲ ਜੀ, ਪੰਜਾਬ ਦੀ ਪਛਾਣ ਜਿਹੜੀ ਆ, ਆਪਾਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਕਿ ਖੇਤੀ ਤੋਂ ਹੁੰਦੀ ਆ ਪਛਾਣ, ਹੈ ਨਾ। ਪੰਜਾਬ ਦੇ ਪੀੜ੍ਹੀ ਦਰ ਪੀੜ੍ਹੀ ਜਿਹੜਾ
ਖੇਤੀ ਕੀਤੀ ਜਾਂਦੀ ਬਜ਼ੁਰਗਾਂ ਵੱਲੋਂ। ਕਿਤੇ ਪੰਜਾਬ ਦੀ ਪਛਾਣ ਮਿਟ ਨਾ ਜਾਵੇ ਅੱਗੇ ਜਾ ਕੇ, ਜੋ ਹਾਲਾਤ ਹੁਣ ਅੱਜ ਕੱਲ੍ਹ ਚੱਲ ਰਹੇ ਨੇ, ਇਸ ਨੂੰ ਬਚਾਉਣ ਦੇ ਸਟੈਪ ਕੀ ਨੇ? ਕੀ ਸਟੈਪਸ ਜਿਹੜੇ ਨੇ ਲੈਣੇ ਚਾਹੀਦੇ ਨੇ ਕਿ ਪੰਜਾਬ ਦੀ ਜਿਹੜੀ ਪਛਾਣ ਆ ਉਹ ਬਚ ਜਾਵੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹਾਂਗਾ ਕਿ ਇੱਕ ਵਾਰ ਚੈੱਕ ਕੀਤਾ ਜਾਵੇ ਤਾਂ ਸਾਡੇ ਕਈ ਡਿਪਾਰਟਮੈਂਟਸ ਐਗਰੀਕਲਚਰ ਨਾਲ ਰਿਲੇਟਿਡ ਹੈਗੇ ਨੇ। ਹਾਰਟੀਕਲਚਰ ਡਿਪਾਰਟਮੈਂਟ ਹੈ, ਐਗਰੀਕਲਚਰ ਡਿਪਾਰਟਮੈਂਟ ਹੈ। ਇੱਕ ਵਾਰ ਇਹ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਉਹਨਾਂ ਨੇ ਕਿੰਨੀਆਂ ਸਕੀਮਾਂ ਲੋਕਾਂ ਨੂੰ ਦੱਸੀਆਂ, ਕਿਉਂਕਿ ਗੌਰਮੈਂਟ ਵੱਲੋਂ ਸਕੀਮਾਂ ਆ ਗਈਆਂ, ਕਿੰਨੀਆਂ ਲੋਕਾਂ ਤੱਕ ਪਹੁੰਚੀਆਂ, ਕਿੰਨੀਆਂ ਲੋਕਾਂ ਨੇ ਅਡੋਪਟ ਕੀਤੀਆਂ। ਕਈ ਵਾਰ ਤਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਹ ਸਕੀਮ ਸਾਡੇ ਲਈ ਆਈ ਹੈ ਅਤੇ ਇਹਦੇ ਸਾਨੂੰ ਪੈਸਾ ਬਚ ਸਕਦਾ। ਨੋ ਡਾਊਟ ਕਈ ਐਗਰੀਕਲਚਰ ਡਿਪਾਰਟਮੈਂਟ ਬਹੁਤ ਵਧੀਆ ਕੰਮ ਕਰ ਰਹੇ ਨੇ, ਕਈ ਹਾਰਟੀਕਲਚਰ ਡਿਪਾਰਟਮੈਂਟ ਬਹੁਤ ਵਧੀਆ ਕੰਮ ਕਰ ਰਹੇ ਨੇ। ਸੈਕਿੰਡ ਚੀਜ਼, ਕਿੱਦਾਂ ਬਚਾਇਆ ਜਾਵੇ ਕਿਸਾਨੀ ਨੂੰ? ਜੇਕਰ ਕਿਸਾਨੀ ਪ੍ਰੋਫਿਟੇਬਲ ਹੋਏਗੀ ਤਾਂ ਉਹ ਜ਼ਰੂਰ ਬਚੇਗੀ। ਪ੍ਰੋਫਿਟੇਬਲ ਹੋਣ ਲਈ ਸਾਨੂੰ ਇਹ ਲੱਭਣਾ ਪਏਗਾ ਕਿ ਕਿਸ ਤਰ੍ਹਾਂ ਦੀ ਕਿਸਾਨੀ ਕਰੀਏ। ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਇੱਕ ਪਾਸੇ ਇੱਕ ਸਰੋਂ ਹੈ, ਇੱਕ ਪਾਸੇ ਕਨੋਲਾ ਸਰੋਂ ਹੈ। ਉਗਣੀ ਦੋਨੋਂ ਇੱਕੋ ਤਰ੍ਹਾਂ ਹੈ, ਉਹ ਦੋਨੋਂ ਪੰਜਾਬ 'ਚ ਹੋ ਵੀ ਰਹੀਆਂ ਨੇ। ਕਨੋਲਾ ਵਾਲਾ ਜ਼ਿਆਦਾ ਪੈਸਾ ਕਮਾ ਰਿਹਾ, ਦੂਜੇ ਵਾਲਾ ਘੱਟ ਕਮਾ ਰਿਹਾ। ਇੱਕ ਪਾਸੇ ਅਸੀਂ ਗੱਲ ਕਰ ਲਈਏ ਗੋਭੀ ਅਤੇ ਬਰੋਕਲੀ ਦੀ। ਗੋਭੀ ਜਿਹੜੀ ਆ 2 ਰੁਪਏ ਕਿੱਲੋ ਜਾਂਦੀ ਹੈ ਅਤੇ ਬਰੋਕਲੀ ਘੱਟੋ ਘੱਟ 20 ਜਾਂ 25 ਰੁਪਏ ਕਿੱਲੋ ਜਾਂਦੀ ਹੈ। ਸੋ ਸਾਨੂੰ ਸੋਚਣਾ ਹੋਏਗਾ ਕਿ ਖੇਤੀ ਕਰਨ ਲੱਗਿਆਂ ਕਿਹੜੀਆਂ ਫਸਲਾਂ ਲਾਈਏ, ਕਿਹਦੇ ਵਿੱਚ ਫਾਇਦਾ ਜ਼ਿਆਦਾ ਹੈ, ਫਿਰ ਕਿਸਾਨੀ 'ਚ ਜੇ ਫਾਇਦਾ ਹੋਏਗਾ ਤਾਂ ਕਿਸਾਨੀ ਨੂੰ ਬਚਾਇਆ ਜਾ ਸਕਦਾ। ਦੂਜੀ ਚੀਜ਼, ਫੋਰਨ ਜਾਣੋ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ, ਔਰ ਇੱਕ ਦਿਨ ਐਸਾ ਆਏਗਾ ਕਿ ਇਹਨਾਂ 'ਤੇ ਵੀ ਰੋਕ ਲੱਗੇਗੀ। ਮੈਂ ਅੱਜ ਕਹਿ ਰਿਹਾ ਇਹਨਾਂ 'ਤੇ ਵੀ ਰੋਕ ਲੱਗੇਗੀ। ਦੇਖੋ, ਜਦੋਂ ਆਸਟ੍ਰੇਲੀਆ ਨੇ ਲੋਕ ਬਹੁਤ ਘੱਟ ਸੀ, ਮੰਗਵਾਉਣੇ ਸੀ, ਉਹਨੇ ਰੂਲ ਬਹੁਤ ਲੀਨੀਅੰਟ ਕੀਤੇ ਹੋਏ ਸੀ, ਔਰ ਬਹੁਤ ਲੋਕ ਉਸ ਟਾਈਮ ਆਸਟ੍ਰੇਲੀਆ ਗਏ ਵੀ। ਅਤੇ ਅੱਜ ਤੁਸੀਂ ਦੇਖੋ ਕਿੰਨੇ ਸਟ੍ਰਿਕਟ ਰੂਲ ਹੋ ਚੁੱਕੇ ਨੇ। ਇਸੇ ਤਰ੍ਹਾਂ ਕੈਨੇਡਾ 'ਚ ਵੀ ਇੱਕ ਦਿਨ ਆਏਗਾ। ਅਮਰੀਕਾ 'ਚ ਪਹਿਲਾਂ ਕਿੰਨੇ ਲੋਕ ਗਏ ਨੇ ਅਤੇ ਹੁਣ ਦੇਖੋ। ਇੰਗਲੈਂਡ 'ਚ ਪਹਿਲਾਂ ਕਿੰਨੇ ਲੋਕ ਗਏ ਨੇ ਅਤੇ ਇੰਗਲੈਂਡ ਨੇ ਬਿਲਕੁਲ ਬੈਨ ਲਾ ਦਿੱਤਾ। ਸੋ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਕਿ ਕਿਤੇ ਨਾ ਕਿਤੇ ਦੁਬਾਰਾ ਅਸੀਂ ਇਸ ਧਰਤੀ ਨੂੰ ਹਰਾ ਭਰਿਆ ਕਰਨਾ ਪਏਗਾ, ਔਰ ਐਗਰੀਕਲਚਰ ਅਸੀਂ ਛੱਡ ਨਹੀਂ ਸਕਦੇ। ਅਗਰ ਅਸੀਂ ਦੇਖੀਏ ਕਿ ਇੱਕ ਇੰਜੀਨੀਅਰ ਤੋਂ ਬਿਨਾਂ ਦੁਨੀਆ ਜੀ ਸਕਦੀ ਹੈ, ਠੀਕ ਹੈ, ਬਟ ਇੱਕ ਕਿਸਾਨ ਤੋਂ ਬਿਨਾਂ ਦੁਨੀਆ ਨਹੀਂ ਜੀ ਸਕਦੀ। ਜਿੱਦਾਂ ਅੱਜ ਅਸੀਂ ਆਮ ਸਲੋਗਨ ਦੇਖ ਹੀ ਰਹੇ ਹਾਂ, ਨੋ ਫਾਰਮਰ ਨੋ ਫੂਡ। ਜਦੋਂ ਫੂਡ ਹੀ ਨਹੀਂ ਹੈ ਤਾਂ ਇਨਸਾਨ ਦਾ ਸਰਵਾਈਵਲ ਨਹੀਂ ਹੈ। ਸੋ ਇਸ ਕਰਕੇ ਕਿਸਾਨੀ ਨੂੰ ਤਾਂ ਨਾਲ ਰੱਖ ਕੇ ਚੱਲਣਾ ਹੀ ਪਏਗਾ, ਔਰ ਇਹਨੂੰ ਬੈਨੀਫੀਸ਼ੀਅਲ ਬਣਾਉਣਾ ਪਏਗਾ ਫਸਲਾਂ ਦੀ ਸਿਲੈਕਸ਼ਨ ਨੂੰ ਦੇਖ ਕੇ। ਇਸ ਤਰ੍ਹਾਂ ਦੀਆਂ ਦੁਕਾਨਾਂ ਖੋਲ੍ਹ ਕੇ ਕਿ ਜਿੱਥੇ ਕਿਸਾਨਾਂ ਦਾ ਮਟੀਰੀਅਲ ਵਿਕੇ। ਜਿੱਦਾਂ ਅੱਜ ਕੱਲ੍ਹ ਤੁਸੀਂ ਟਰੈਂਡ ਦੇਖ ਵੀ ਰਹੇ ਹੋ, ਕਈ ਦੁਕਾਨਾਂ ਕਿਸਾਨਾਂ ਦੀਆਂ ਖੁੱਲ੍ਹ ਰਹੀਆਂ ਨੇ। ਸੋ ਉਹਦੇ ਨਾਲ ਕਿਸਾਨੀ ਨੂੰ ਬਚਾਇਆ ਜਾ ਸਕਦਾ। ਔਰ ਕਾਫੀ ਲੋਕ ਇੱਦਾਂ ਦੇ ਨੇ ਜਿਹੜੇ ਐਗਰੀਕਲਚਰ 'ਚ ਬਹੁਤ ਵਧੀਆ ਕੰਮ ਕਰ ਰਹੇ ਨੇ, ਬਹੁਤ ਵਧੀਆ ਪੈਸਾ ਕਮਾ ਰਹੇ ਨੇ, ਜਿਹਦੇ ਵਿੱਚੋਂ ਇੱਕ ਐਗਜ਼ਾਮਪਲ ਤੁਹਾਨੂੰ ਡਾਕਟਰ ਅੱਲਾ ਰੰਗ ਜੀ ਦੀ ਮੈਂ ਤੁਹਾਨੂੰ ਸ਼ੁਰੂ 'ਚ ਦਿੱਤੀ ਹੈ। ਜੀ, ਬਹੁਤ ਬਹੁਤ ਸ਼ੁਕਰੀਆ ਸਰ, ਆਪਣਾ ਕੀਮਤੀ ਸਮਾਂ ਸਾਡੇ ਨਾਲ। ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਇਹ ਸਨ ਡਾਕਟਰ ਜੁਝਾਰ ਸਿੰਘ, ਜਿਨ੍ਹਾਂ ਨੇ ਗੱਲਾਂ ਬਾਤਾਂ ਕੀਤੀਆਂ ਕਿ ਖੇਤੀ ਨੂੰ ਜੋ ਕਿਤੇ ਨਾ ਕਿਤੇ ਡੁੱਬਦੀ ਜਾ ਰਹੀ, ਜੋ ਯੰਗ ਜਨਰੇਸ਼ਨ ਜਿਹੜੀ ਹੈ ਇੱਥੇ ਮਿਹਨਤ ਨਾ ਕਰਕੇ ਹੋਰ ਕੰਟਰੀਜ਼ ਦੇ ਵਿੱਚ ਮਿਹਨਤ ਕਰ ਰਹੀ, ਉਹਨਾਂ ਨੂੰ ਰੋਕਣ ਦਾ ਇਹ ਕੁਝ ਨਾ ਕੁਝ ਤਰੀਕੇ ਜਿਹੜੇ ਨੇ ਦੱਸੇ। ਇਹਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਬਚਾਉਣਾ, ਪੰਜਾਬ ਦੀ ਜਵਾਨੀ ਬਚਾਉਣੀ, ਤਾਂ ਖੇਤੀ ਨੂੰ ਹਰ ਹਾਲ ਦੇ ਵਿੱਚ ਬਚਾਉਣਾ ਪਏਗਾ। ਸਹੀ ਫਸਲਾਂ ਦੀ ਪਛਾਣ ਜਿਹੜੀ ਹੈ ਕਰਨੀ ਪਏਗੀ, ਸਹੀ ਖੇਤੀ ਦੀ ਪਛਾਣ ਕਰਨੀ ਪਏਗੀ, ਤਾਂ ਕਿਤੇ ਜਾ ਕੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਆਪਣੇ ਲਾਹੇਵੰਦ ਧੰਦੇ ਦੇ ਨਾਲ, ਆਪਣੀ ਖੇਤੀ ਦੇ ਨਾਲ ਜੁੜ ਸਕਦੀ ਹੈ। ਉਮੀਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਦੇ ਨਾਲ ਤੁਹਾਨੂੰ ਸਾਡੀ ਇਹ ਗੱਲਬਾਤ ਪਸੰਦ ਆਈ ਹੋਊਗੀ। ਕਿਸੇ ਹੋਰ ਮੁੱਦੇ 'ਤੇ ਦੁਬਾਰਾ ਪ੍ਰੋਫੈਸਰ ਸਾਹਿਬ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਪ੍ਰਾਈਡ ਪੰਜਾਬ TV ਦੇਖਦੇ ਰਹੋ। ਧੰਨਵਾਦ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।